ਵਕੀਲ ਸਾਹਿਬ ਨੇ ਔਰਤ ਕੋਲੋਂ ਪੁੱਛਿਆ ਕਿ ਤੂੰ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਕੇ ਤੇ ਉਹਨਾਂ ਨੂੰ ਮੰਜੀ ਨਾਲ ਕਿਉਂ ਬੰਨ ਛੜਿਆ ਸੀ? ਤੇ ਉਸ ਔਰਤ ਨੇ ਅੱਗੋਂ ਐਸਾ ਜਵਾਬ ਦਿੱਤਾ ਕਿ ਵਕੀਲ ਸਾਹਿਬ ਆਖਦੇ ਕਿ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਔਰ ਮੇਰਾ ਜਿਸਮ ਕੰਬਣ ਲੱਗ ਪਿਆ। 5-7 ਮਿੰਟ ਮੇਰੇ ਕੋਲ ਕੋਈ ਲਫ਼ਜ਼ ਨਾ ਨਿਕਲਿਆ ਕਿ ਮੈਂ ਅੱਗੇ ਇਸ ਨਾਲ ਗੱਲ ਕੀ ਕਰਾਂ। ਦੋਸਤੋ, ਅੱਜ ਤੁਹਾਨੂੰ ਇੱਕ ਐਸਾ ਵਾਕਿਆ, ਇੱਕ ਐਸੀ ਸਟੋਰੀ ਸੁਣਾਉਣ ਲੱਗਾ ਕਿ ਯਕੀਨ ਕਰੋ ਮੈਂ ਜੂੰ ਉਹਨੂੰ ਪੜ੍ਹਦਾ ਸਾਂ ਨਾ ਪਿਆ ਤੇ ਮੇਰੀਆਂ ਅੱਖਾਂ 'ਚੋਂ ਅਥਰੂ ਪੈਣ ਲੱਗੇ ਸੀ। ਔਰ ਯਕੀਨ ਕਰੋ ਕਿ ਮੇਰਾ ਵੀ ਜਿਸਮ ਉਸ ਵਕੀਲ ਸਾਹਿਬ ਆਰ ਕੰਬਦਾ ਸੀ ਪਿਆ ਕਿ ਆਖਰ ਕਬ ਤੱਕ ਅਸੀਂ ਇਹ ਸਜ਼ਾ ਕੱਟਦੇ ਰਵਾਂਗੇ, ਆਖਰ ਕਬ ਤੱਕ ਸਾਡੇ ਮੁਲਕ 'ਚ ਇਹ ਕੁਝ ਹੁੰਦਾ ਰਹੇਗਾ। ਇੱਕ ਔਰਤ ਦੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਗ੍ਰਾਂ 'ਚ ਰਹਿੰਦੀ ਸੀ, ਪਿੰਡ 'ਚ ਰਹਿੰਦੀ ਸੀ ਔਰ ਉਹਦਾ ਖਾਮਦ ਫੌਤ ਹੋ ਗਿਆ। 3 ਉਹਦੇ ਬੱਚੇ ਸੀ ਔਰ ਉਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਥੋੜਾ ਬਹੁਤ ਘਰਾਂ 'ਚ ਲੋਕਾਂ 'ਚ ਕੰਮ ਕਰਕੇ ਨਾ ਉਹ ਆਪਣਾ ਨਿਜ਼ਾਮ ਚਲਾਉਂਦੀ ਸੀ, ਲੇਕਿਨ ਬਿੱਲ ਬਿਜਲੀ ਦੇ ਇਤਨੇ ਖਰਚੇ ਇਤਨੇ ਕਿ ਖਾਣ ਵਾਸਤੇ ਤੇ ਕੁਝ ਬਚਦਾ ਹੀ ਨਹੀਂ ਸੀ। ਬਸ ਇੰਨਾ ਹੀ ਹੋ ਜਾਂਦਾ ਸੀ ਵੀ ਚਲੋ ਕਮ ਅਜ਼ ਕਮ ਮੀਟਰ ਦੀ ਤਾਰ ਕਟਵਾਉਣ ਤੋਂ ਉਹ ਮਹੀਨਾ ਬਚ ਜਾਂਦੀ ਸੀ। ਔਰ ਆਦੀ ਕਦੇ ਮੈਨੂੰ ਕੋਈ ਸ਼ੈ ਖਾਣ ਨੂੰ ਕੋਈ ਦੇ ਜਾਂਦਾ ਸੀ ਮਹੱਲੇ ਵਾਲਾ, ਔਰ ਕਦੇ ਮੈਨੂੰ ਕੋਈ ਨਹੀਂ ਸੀ ਦਿੰਦਾ। ਕਦੇ ਬੱਚੇ ਮੇਰੇ ਭੁੱਖੇ ਸੌ ਜਾਂਦੇ ਸੀ, ਕਦੇ ਰੱਜ ਕੇ ਖਾ ਲੈਂਦੇ ਸੀ। ਬਸ ਇਸੇ ਤਰ੍ਹਾਂ ਹੀ ਨਿਜ਼ਾਮ ਟੱਪਦਾ ਸੀ ਪਿਆ। ਔਰ ਸਾਡੀ ਹਾਲਤ ਇਹ ਸੀ ਕਿ ਸਾਡਾ ਦਿਲ ਕਰਦਾ ਸੀ ਕਿ ਅਸੀਂ ਇੱਕ ਦੂਜੇ ਨੂੰ ਕਚਿਆਂ ਖਾ ਜਾਈਏ। ਕਦੇ ਮਹੱਲੇ 'ਚੋਂ ਕਿਸੇ ਖਤਮ ਦਿੱਤਾ ਤਾਂ ਉਹ 1 ਪਲੇਟ ਸਾਲਣ ਆਵਣੀ, 2 ਰੋਟੀਆਂ ਆਵਣੀਆਂ। 5 ਅਸੀਂ ਬੰਦੇ, 4 ਅਸੀਂ ਬੰਦੇ ਸਾਂ ਤੇ ਉਹ ਕਦੇ ਇੱਕ ਨੂੰ ਮੈਂ ਥੋੜੀ ਜਿਹੀ ਖਵਾ ਦੇਣੀ ਤੇ ਦੂਜਿਆਂ ਦੋਵਾਂ 3 ਭੁੱਖਿਆਂ ਰਹਿਣਾ, ਤੇ ਕਦੇ ਮੈਂ 2-4 ਗਰਾ ਲਾ ਲੈਣੇ, ਤੇ ਇੰਜ ਕਰਕੇ ਨਾ ਨਿਜ਼ਾਮ ਸਾਡਾ ਟੱਪਦਾ ਸੀ ਪਿਆ। ਲੇਕਿਨ ਹਾਲਤ ਹੁਣ ਇਹ ਹੋ ਗਈ ਸੀ ਬੱਚੇ ਜਿਹੜਾ ਨਾ ਬੜੇ ਡਾਢੇ ਹੁਣ ਰੋਂਦੇ ਸੀ, ਤਕਲੀਫ ਸੀ ਉਹਨਾਂ ਨੂੰ ਹਰ ਵਕਤ। ਤੇ ਮੇਰਾ ਦਿਲ ਕਰਦਾ ਸੀ ਕਿ ਮੈਂ ਮਰ ਜਾ। ਫਿਰ ਮੈਂ ਸੋਚਦੀ ਸਾਂ ਮੈਂ ਮਰ ਗਈ ਤੇ ਮੇਰੇ ਬੱਚਿਆਂ ਦਾ ਪਿੱਛੂ ਕੀ ਬਣੇਗਾ। ਇੱਕ ਦਿਨ ਇੰਜ ਹੋਇਆ ਵੀ ਸਾਡੇ ਨਾ ਗ੍ਰਾਂ ਵਿੱਚ ਇੱਕ ਬਰਾਤ ਆਈ। ਬਰਾਤ ਤੇ ਸਾਰਿਆਂ ਨੂੰ ਪਤਾ ਸੀ ਕਿ ਉਹਨਾਂ ਪੈਸੇ ਸੱਟਣੇ ਸੀ, ਤੇ ਮੈਂ ਬੱਚਿਆਂ ਨੂੰ ਆਖਿਆ, ਮੈਂ ਕਿਹਾ ਜਾਓ ਤੁਸੀਂ ਵੀ ਪੈਸੇ ਚੁਣ ਕੇ ਆਓ। ਬੱਚੇ ਵੀ ਟੁਰ ਗਏ, ਉਹਨਾਂ ਪੈਸੇ ਸੱਟੇ, ਬੱਚਿਆਂ ਪੈਸੇ ਸ਼ੈਸੇ ਚੁਣੇ ਤੇ ਉਹ ਕੋਈ 400-500 ਰੁਪਇਆ ਬਣ ਗਿਆ। ਆ ਕੇ ਮੈਨੂੰ ਦਿੱਤੀ ਉਹਨੇ, ਵੀ ਅੰਮਾ ਅੱਜ ਕੋਈ ਸ਼ੈ ਬਣਾ, ਅੱਜ ਰੱਜ ਕੇ ਖਾਣੇ ਆ, ਕੋਈ ਸ਼ੈ ਬਣਾ। ਆਦੀ ਮੈਂ ਜਾ ਕੇ ਕੀ ਕੀਤਾ, ਮੈਂ ਚਾਵਲ ਲੈ ਕੇ ਆਈ ਤੇ ਚਾਵਲਾਂ ਨਾਲ ਮੈਂ ਨਾ ਜ਼ਹਿਰ ਵੀ ਲੈਂਦਾ। ਮੈਂ ਥੱਕ ਗਈ ਸਾਂ ਹੁਣ ਆਪਣੀ ਜ਼ਿੰਦਗੀ ਤੋਂ, ਹਾਰ ਗਈ ਸਾਂ ਆਪਣੀ ਜ਼ਿੰਦਗੀ ਤੋਂ। ਇਹਨਾਂ ਬੱਚਿਆਂ ਦੀ ਤਕਲੀਫ ਮੇਰੇ ਕੋਲ ਨਹੀਂ ਸੀ ਬਰਦਾਸ਼ਤ ਹੁੰਦੀ। ਮੈਂ ਥੱਕ ਕੇ ਹਾਰ ਕੇ ਮੈਂ ਚਾਵਲ ਆਂਦੇ ਤੇ ਨਾਲ ਮੈਂ ਜ਼ਹਿਰ ਵੀ ਲੈਂਦਾ। ਜ਼ਹਿਰ ਲੈ ਕੇ ਆਈ, ਮੈਂ ਚਾਵਲ ਪਕਾਏ ਤੇ ਉਹਦੇ ਵਿੱਚ ਮੈਂ ਜ਼ਹਿਰ ਪਾ ਛੜਿਆ। ਜ਼ਹਿਰ ਪਾਇਆ, ਜ਼ਹਿਰ ਪਾ ਕੇ ਤੇ ਉਹਨਾਂ ਬੱਚਿਆਂ ਨੂੰ ਪਹਿਲਾਂ ਖਵਾਏ ਚਾਵਲ। ਬੱਚਿਆਂ ਨੂੰ ਖਵਾ ਕੇ ਚਾਵਲ ਤੇ ਉਹਨਾਂ ਨੂੰ ਮੈਂ ਫਿਰ ਨਾ ਮੰਜੀ ਨਾਲ ਬੰਨ ਛੜਿਆ। ਬੰਨ ਕੇ ਤੇ ਆਪੇ ਵੀ ਉਹੀ ਚਾਵਲ ਖਾ ਲਏ ਵੀ ਚਲੋ ਪਹਿਲਾਂ ਤਸੱਲੀ ਹੋ ਜੇ, ਇਹ ਰੱਜ ਗਏ, ਇਹਨਾਂ ਦੇ ਅੰਦਰ ਜ਼ਹਿਰ ਟੁਰ ਗਿਆ। ਫਿਰ ਉਹਨਾਂ ਨੂੰ ਮੈਂ ਬੰਨਿਆ, ਬੰਨ ਕੇ ਮੈਂ ਆਪੇ ਵੀ ਉਹੀ ਚਾਵਲ ਖਾ ਲਏ। ਤੇ ਵਕੀਲ ਸਾਹਿਬ ਆਖਿਆ, ਤੂੰ ਬੱਚਿਆਂ ਨੂੰ ਬੰਨ ਕਿਉਂ ਦਿੱਤਾ ਸੀ? ਉਸ ਆਖਿਆ, ਮੈਂ ਬੰਨ ਇਸ ਵਾਸਤੇ ਦਿੱਤਾ ਸੀ ਕਿ ਇਹ ਨਾ ਹੋਵੇ ਕਿਧਰੇ ਬਾਹਰ ਨਿਕਲ ਜਾਣ, ਤੜਪਣ ਉੱਥੇ ਤੇ ਜ਼ਮਾਨਾ ਵੀ ਤੱਕੇ ਤੇ ਇਹ ਲੋਕਾਂ ਅੱਗੇ ਤੜਪਣ ਤੇ ਕਿੱਥੇ ਮਰ ਜਾਣ ਤੇ ਪਤਾ ਹੀ ਨਾ ਲੱਗੇ, ਕੋਈ ਲੱਭੇ ਹੀ ਨਾ ਇਹਨਾਂ ਦੀਆਂ ਲਾਸ਼ਾਂ। ਕਮ ਅਜ਼ ਕਮ ਇਹਨਾਂ ਨੂੰ ਕੋਈ ਬੰਦਾ ਤੱਕ ਕੇ, ਕੋਈ ਮਹੱਲੇ ਦਾ ਕੋਈ ਅਗਲਾ ਪਿਛਲਾ ਇੰਨੀ ਤੇ ਸ਼ਰਮ ਖਾ ਦੇਗਾ ਵੀ ਰੋਟੀ ਨਹੀਂ ਨਾ ਪੂਰੀ ਹੁੰਦੀ ਤੇ ਕਫਨ ਤੇ ਇਹਨਾਂ ਦਾ ਲੈ ਦੇਗਾ ਨਾ। ਤੇ ਮੈਂ ਇਸ ਵਾਸਤੇ ਬੰਨ ਦਿੱਤਾ ਸੀ ਵੀ ਘਰੋਂ ਸਾਰੇ ਇਕੱਠੇ ਹੀ ਲੱਭ ਜਾਣ, ਇਹ ਨਾ ਹੋਵੇ ਕੋਈ ਇੱਧਰ ਉੱਧਰ ਨਿਕਲ ਜਾਏ ਤੇ ਬੋ ਇਹਨਾਂ ਦੀਆਂ ਲਾਸ਼ਾਂ ਛੱਡ ਜਾਣ ਤੇ ਕੋਈ ਬੰਦਾ ਇਹਨਾਂ ਨੂੰ ਦਫਨਾਏ ਨਾ। ਤੇ ਆਪੂ ਮੈਂ ਜਦੋਂ ਆਦੀ ਇਹ ਚਾਵਲ ਖਾਦੇ ਹੋ ਤੇ ਮੇਰੀ ਬਦਨਸੀਬੀ, ਮੇਰੀ ਬਦਕਿਸਮਤੀ ਕਿ ਮੈਂ ਜਿਹੜਾ ਅੱਲਾਹੁ ਅਕਬਰ, ਉਹ ਚਾਵਲ ਜਦੋਂ ਖਾਦੇ ਤੇ ਮੈਨੂੰ ਉਲਟੀ ਆ ਗਈ, ਉਹ ਮੇਰਾ ਜ਼ਹਿਰ ਬਾਹਰ ਨਿਕਲ ਗਿਆ ਔਰ ਇਹ ਬੱਚੇ ਮਰ ਗਏ। ਮੈਂ ਉਸ ਦਿਨ ਦੀ ਤੜਪਨੀ ਆ ਪੀ, ਮੈਂ ਉਸ ਦਿਨ ਦੀ ਰੋਨੀ ਆ ਪੀ। ਵਕੀਲ ਸਾਹਿਬ, ਖੁਦਾ ਦਾ ਵਾਸਤਾ ਜੇ ਜੱਜ ਸਾਹਿਬ ਨੂੰ ਆਖੋ, ਮੈਂ ਤੁਹਾਡੇ ਅੱਗੇ ਹੱਥ ਜੋੜਨੀ ਆ, ਜੱਜ ਸਾਹਿਬ ਨੂੰ ਆਖੋ ਕਿ ਮੈਨੂੰ ਫਾਂਸੀ ਦੀ ਸਜ਼ਾ ਦੇ ਦੇ। ਮੇਰੇ ਬੱਚੇ ਉੱਥੇ ਮੇਰਾ ਇੰਤਜ਼ਾਰ ਕਰਨ ਲੱਗੇ, ਉਹਨਾਂ ਦੀਆਂ ਕਬਰਾਂ ਜਿਹੜੀਆਂ ਨਾ ਉਹ ਕਲਮ ਕਲੀਆਂ ਨੂੰ ਡਰਦੇ ਨਾ ਹੋਣ। ਵਕੀਲ ਸਾਹਿਬ, ਖੁਦਾ ਦਾ ਵਾਸਤਾ ਜੇ ਜਾਂ ਤੁਸੀਂ ਮੇਰੀ ਮਦਦ ਕਰੋ ਜਾਂ ਤੁਸੀਂ ਮੈਨੂੰ ਮਾਰ ਦਿਓ। ਮੈਂ ਅਗਲੇ ਜਾ ਕੇ ਅੱਲਾਹ ਪਾਕ ਨੂੰ ਜਿਹੜਾ ਨਾ ਤੁਹਾਡੀ ਸਿਫਾਰਿਸ਼ ਕਰਾਂਗੀ ਕਿ ਅੱਲਾਹ ਪਾਕ ਤੁਹਾਨੂੰ ਨਾ ਬਖਸ਼ੇ, ਤੁਹਾਡੇ ਗੁਨਾਹ ਮਾਫ ਕਰੇ, ਤੁਹਾਡੀਆਂ ਗਲਤੀਆਂ ਮਾਫ ਕਰੇ। ਲੇਕਿਨ